ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਵਾਕ, ਜਿਸ ਨੂੰ ਸੈਂਟੈਂਸ ਵੀ ਕਿਹਾ ਜਾਂਦਾ ਹੈ, ਦੇ ਅਰਥ, ਪਰਿਭਾਸ਼ਾ ਅਤੇ ਵਾਕ ਰਚਨਾ ਦਾ ਸਰੂਪ ਕਿਸ ਤਰ੍ਹਾਂ ਦਾ ਹੈ, ਉਸ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਭੂਮਿਕਾ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਕਿਸੇ ਵੀ ਭਾਸ਼ਾ ਦੀ ਬਣਤਰ ਵਿੱਚ ਵਾਕ ਇੱਕ ਮਹੱਤਵਪੂਰਨ ਭਾਸ਼ਾਈ ਇਕਾਈ ਹੈ। ਜਿਸ ਤਰ੍ਹਾਂ ਸ਼ਬਦ ਜੋ ਹੈ ਉਸ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਭਾਸ਼ਾ ਵਿਗਿਆਨੀ ਵਾਕ ਨੂੰ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਮੰਨਦੇ ਹਨ। ਵਾਕ ਵਿੱਚ ਆਏ ਸ਼ਬਦ ਵਿਸ਼ੇਸ਼ ਤਰਤੀਬ ਜਾਂ ਕਰਮ ਦੇ ਵਿੱਚ ਬੱਝੇ ਹੁੰਦੇ ਹਨ। ਭਾਵ ਜੋ ਵਾਕ ਹੈ ਉਸ ਦੇ ਵਿੱਚ ਸ਼ਬਦ ਜੋ ਹਨ ਉਹ ਇੱਕ ਤਰਤੀਬ ਦੇ ਵਿੱਚ ਬੱਝੇ ਹੋਏ ਹੁੰਦੇ ਹਨ ਅਤੇ ਹਰ ਸ਼ਬਦ ਆਪਣੇ ਆਲੇ ਦੁਆਲੇ ਦੇ ਸ਼ਬਦਾਂ ਦੇ ਨਾਲ ਵਿਆਕਰਨਕ ਤੌਰ 'ਤੇ ਸੰਬੰਧਿਤ ਹੁੰਦਾ ਹੈ, ਜਿਸ ਸਦਕਾ ਅਰਥ ਦੇਣ ਦੀ ਸਮਰੱਥਾ ਜੋ ਹੈ ਉਸ ਦੇ ਅੰਦਰ ਪੈਦਾ ਹੋ ਜਾਂਦੀ ਹੈ। ਕਈ ਭਾਸ਼ਾ ਵਿਗਿਆਨੀ ਵਾਕ ਨੂੰ ਭਾਸ਼ਾ ਦੀ ਮੁੱਢਲੀ ਵਿਆਕਰਨਕ ਇਕਾਈ ਮੰਨਦੇ ਹੋਏ ਕਹਿੰਦੇ ਹਨ ਕਿ ਭਾਸ਼ਾ ਦਾ ਆਰੰਭ ਵਾਕ ਰੂਪ ਵਿੱਚ ਹੋਇਆ ਹੈ ਅਤੇ ਹਰ ਮਨੁੱਖ ਵਾਕਾਂ ਦੇ ਰੂਪ ਵਿੱਚ ਸੋਚਦਾ ਅਤੇ ਬੋਲਦਾ ਹੈ। ਪਰ ਹੋਰ ਵਾਕ ਨੂੰ ਸਪਸ਼ਟ ਕਰਨ ਦੇ ਲਈ ਅਸੀਂ ਵੱਖੋ ਵੱਖਰੇ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਬਲੂਮਫੀਲਡ ਅਨੁਸਾਰ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ ਅਤੇ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ। ਡਾਕਟਰ ਬਲਦੇਵ ਸਿੰਘ ਚੀਮਾ ਅਨੁਸਾਰ ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਕਿਹਾ ਜਾਂਦਾ ਹੈ। ਵਾਕ ਆਪਣੀ ਸੰਰਚਨਾਤਮਕ ਬਣਤਰ ਸਦਕਾ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ। ਭਾਵ ਵਾਕ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਸਮਰੱਥ ਹੈ ਔਰ ਇਹ ਕਿਸੇ ਹੋਰ ਇਕਾਈ ਦੇ ਅਧੀਨ ਜੋ ਹੈ ਨਹੀਂ ਹੁੰਦਾ। ਅਤੇ ਜੋਗਿੰਦਰ ਸਿੰਘ ਪਵਾਰ ਅਨੁਸਾਰ ਵਾਕ ਸ਼ਬਦਾਂ, ਵਾਕੰਸ਼ਾਂ, ਉਪਵਾਕਾਂ ਦਾ ਸਮੂਹ ਹੁੰਦਾ ਹੈ, ਜਿਸ ਵਿੱਚ ਸ਼ਬਦ ਜਾਂ ਵਾਕੰਸ਼ ਜਾਂ ਉਪਵਾਕ ਜੋ ਹਨ ਕਿਸੇ ਖਾਸ ਤਰਤੀਬ ਦੇ ਵਿੱਚ ਵਿਚਰਦੇ ਹਨ। ਸੋ ਇਹਨਾਂ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਅਜਿਹਾ ਬੋਲ ਜੋ ਕਿਸੇ ਹੋਰ ਬੋਲ ਦੀ ਸਹਾਇਤਾ ਤੋਂ ਬਿਨਾਂ ਅਰਥ ਦਿੰਦਾ ਹੋਵੇ ਉਹ ਵਾਕ ਹੈ, ਜਾਂ ਦੋ ਪੂਰਕ ਠਹਿਰਾਵਾਂ ਵਿਚਾਲੇ ਬੋਲਿਆ ਸ਼ਬਦ ਸਮੂਹ ਵਾਕ ਹੈ, ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਭ ਤੋਂ ਵੱਡੀ ਭਾਸ਼ਾਈ ਇਕਾਈ ਵਾਕ ਹੈ, ਕਿਉਂਕਿ ਸ਼ਬਦਾਂ ਤੋਂ ਵਾਕ ਬਣਦੇ ਹਨ। ਭਾਵ ਧੁਨੀਆਂ ਤੋਂ ਸ਼ਬਦ, ਸ਼ਬਦਾਂ ਤੋਂ ਵਾਕ ਅਤੇ ਵਾਕਾਂ ਤੋਂ ਪਹਿਰੇ ਅਤੇ ਪਹਿਰਿਆਂ ਤੋਂ ਅੱਗੇ ਕੋਈ ਵੀ ਰਚਨਾ ਹੋਣ ਦੇ ਵਿੱਚ ਆਉਂਦੀ ਹੈ। ਸੋ ਇਹ ਸਪਸ਼ਟ ਹੋ ਗਿਆ ਹੋਵੇਗਾ ਵਿਦਿਆਰਥੀਆਂ ਨੂੰ ਕਿ ਵਾਕ ਕੀ ਹੈ, ਔਰ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ 'ਤੇ ਜੋ ਅਸੀਂ ਇਸ ਨਤੀਜੇ 'ਤੇ ਪੁੱਜੇ ਹਾਂ ਕਿ ਵਾਕ ਜੋ ਹੈ ਇਹ ਬਿਨਾਂ ਕਿਸੇ ਹੋਰ ਬੋਲ ਦੀ ਸਹਾਇਤਾ ਤੋਂ ਅਰਥ ਦਿੰਦੇ ਹਨ। ਵਾਕ ਜੋ ਹਨ ਉਹ ਅਰਥ ਭਰਪੂਰ ਹੁੰਦੇ ਹਨ ਅਤੇ ਭਾਸ਼ਾ ਦੀ ਜਾਂ ਭਾਸ਼ਾਈ ਸੁਤੰਤਰ ਅਤੇ ਵੱਡੀ ਇਕਾਈ ਹੈ। ਵਾਕ ਰਚਨਾ ਦੀਆਂ ਵਿਸ਼ੇਸ਼ਤਾਵਾਂ ਹਨ। ਸਭ ਤੋਂ ਪਹਿਲਾ ਹੈ ਉਚਾਰਨ, ਕਿ ਵਾਕ ਦੀ ਪਰਿਭਾਸ਼ਾ ਦੇ ਜੋ ਬੁਨਿਆਦੀ ਤੱਤ ਹਨ ਉਹ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਤਰ੍ਹਾਂ ਦੇ ਹੁੰਦੇ ਹਨ, ਪਰੰਤੂ ਵਾਕ ਯੋਜਨਾ ਅਤੇ ਵਾਕ ਬਣਤਰ ਜੋ ਹੈ ਉਹ ਹਰ ਭਾਸ਼ਾ ਦੀ ਵੱਖੋ ਵੱਖਰੀ ਹੋ ਸਕਦੀ ਹੈ। ਪੰਜਾਬੀ ਵਾਕ ਦੇ ਉਚਾਰਨ ਦਾ ਵੀ ਆਪਣਾ ਜੋ ਹੈ ਇੱਕ ਅਲੱਗ ਢੰਗ ਹੈ। ਵਾਕ ਨੂੰ ਜੇ ਸਹੀ ਢੰਗ ਦੇ ਨਾਲ ਉਚਾਰਿਆ ਜਾਵੇ ਤਾਂ ਹੀ ਉਹ ਵਾਕ ਅਖਵਾਉਂਦਾ ਹੈ ਸੰਪੂਰਨ ਰੂਪ ਦੇ ਵਿੱਚ। ਦੂਸਰਾ ਪੁਆਇੰਟ ਆ ਜਾਂਦਾ ਹੈ ਸਮੀਪਤਾ, ਕਿਉਂਕਿ ਵਾਕ ਦੇ ਇੱਕ ਵਾਕ ਦੇ ਵਿੱਚ, ਇੱਕ ਸੈਂਟੈਂਸ ਦੇ ਵਿੱਚ ਜੋ ਸ਼ਬਦ ਹੁੰਦੇ ਹਨ ਉਹਨਾਂ ਦੇ ਉਚਾਰਨ ਦੇ ਵਿੱਚ ਇੱਕ ਤਰਤੀਬ ਹੋਣ ਦੇ ਨਾਲ ਨਾਲ, ਲੜੀਬੱਧ ਹੋਣ ਦੇ ਨਾਲ ਨਾਲ ਉਹਨਾਂ ਦੇ ਵਿੱਚ ਸਮੀਪਤਾ ਹੋਣੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਵਾਕਾਂ ਦੇ ਸ਼ਬਦ ਜਿਹੜੇ ਹਨ ਉਹ ਸਮੀਪ ਨਹੀਂ ਹੋਣਗੇ, ਇੱਕ ਤਰਤੀਬ ਦੇ ਵਿੱਚ ਬੱਝੇ ਹੋਏ ਨਿਰੰਤਰ ਉਹਨਾਂ ਦੇ ਵਿੱਚ ਇੱਕ ਜੋ ਹੈ ਵਹਾਅ ਨਹੀਂ ਹੋਵੇਗਾ, ਉਨੀ ਦੇਰ ਤੱਕ ਉਹ ਸੰਪੂਰਨ ਵਾਕ ਜੋ ਹੈ ਉਹ ਨਹੀਂ ਬਣ ਸਕੇਗਾ। ਜਿਵੇਂ ਮੈਂ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਸ਼ਬਦ, ਦਿੱਲੀ ਆਪਣੇ ਆਪ ਦੇ ਵਿੱਚ ਸੰਪੂਰਨ ਸ਼ਬਦ ਹੈ ਅਤੇ ਜਾਵਾਂਗਾ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਪਰ ਮੈਂ ਦਿੱਲੀ ਜਾਵਾਂਗਾ ਜੇਕਰ ਅਸੀਂ ਇਹਨੂੰ ਇਕੱਠਿਆਂ ਕਰਕੇ ਨੇੜੇ ਨੇੜੇ ਲਿਖਾਂਗੇ ਤਾਂ ਜਾ ਕੇ ਇੱਕ ਸੰਪੂਰਨ ਸੈਂਟੈਂਸ ਬਣੇਗਾ, ਨਹੀਂ ਤਾਂ ਇਹ ਸਾਰੇ ਵੱਖਰੋ ਵੱਖਰੇ ਸ਼ਬਦ ਹੀ ਰਹਿ ਜਾਣਗੇ।
ਭਾਵ ਜੇਕਰ ਇਹਨਾਂ ਸ਼ਬਦਾਂ ਦੀ ਆਪਸ ਦੇ ਵਿੱਚ ਸਮੀਪਤਾ ਨਹੀਂ ਹੈ ਤਾਂ ਇਹ ਵਾਕ ਨਹੀਂ ਅਖਵਾਉਣਗੇ। ਜਦੋਂ ਇਹਨਾਂ ਦੇ ਵਿੱਚ ਸਮੀਪਤਾ, ਨੇੜਤਾ ਪੈਦਾ ਹੋਏਗੀ ਤਦ ਹੀ ਇੱਕ ਵਾਕ ਜੋ ਹੈ ਹੋਂਦ ਦੇ ਵਿੱਚ ਆਉਂਦਾ ਹੈ। ਜਿਵੇਂ ਮੈਂ ਦਿੱਲੀ ਜਾਵਾਂਗਾ, ਅਲੱਗ-ਅਲੱਗ ਤੋਂ ਜਦੋਂ ਅਸੀਂ ਇਕੱਠਿਆਂ ਕਰਕੇ ਲਿਖਦੇ ਹਾਂ ਮੈਂ ਦਿੱਲੀ ਜਾਵਾਂਗਾ ਤਾਂ ਇੱਕ ਸ਼ੁੱਧ ਅਤੇ ਸੰਪੂਰਨ ਵਾਕ ਜੋ ਹੈ ਉਹ ਸਿਰਜਿਆ ਜਾਂਦਾ ਹੈ। ਫਿਰ ਹੈ ਵੇਤਰਣ। ਇੱਕੋ ਵਾਕ ਦੇ ਕਈ ਉਚਾਰਨ ਭਾਗ ਹੋ ਸਕਦੇ ਹਨ, ਭਾਵ ਵੱਖ-ਵੱਖ ਟੁਕੜੇ ਹੋ ਜਾਂਦੇ ਹਨ, ਵੇਤਰਿਆ ਜਾਂਦਾ ਹੈ, ਉਹਦੀ ਕਟਿੰਗ ਕੀਤੀ ਜਾ ਸਕਦੀ ਹੈ। ਇਸ ਦਾ ਕਾਰਨ ਅਖੰਡੀ ਧੁਨੀਆਂ ਹਨ, ਜਿਸ ਨੂੰ ਤਕਨੀਕੀ ਸ਼ਬਦਾਵਲੀ ਦੇ ਵਿੱਚ ਵੇਤਰਣ ਕਿਹਾ ਜਾਂਦਾ ਹੈ। ਭਾਸ਼ਾ ਜੋ ਪੰਜਾਬੀ ਭਾਸ਼ਾ ਦੇ ਵਿੱਚ ਵਾਕ ਬਣਤਰ ਦਾ ਜੋ ਸਰੂਪ ਹੈ ਉਸ ਦੇ ਵਿੱਚ ਦਬਾਅ ਜੋ ਹੈ, ਸਟ੍ਰੈਸ ਜੋ ਹੈ ਉਸਨੂੰ ਸ਼ਬਦਾਂ ਦੇ ਉੱਤੇ ਕਿਸੇ ਵਿਸ਼ੇਸ਼ ਪ੍ਰਕਾਰ ਦਾ ਦਬਾਅ ਦੇ ਕੇ ਉਸਨੂੰ ਬੋਲਣਾ, ਉਸ ਦੇ ਨਾਲ ਕਿਸੇ ਵੀ ਸ਼ਬਦ ਉੱਤੇ ਜਦੋਂ ਦਬਾਅ ਪਾਇਆ ਜਾਂਦਾ ਹੈ ਤਾਂ ਉਸ ਦੇ ਅਰਥ ਜਾਂ ਉਸ ਦਾ ਮੁਹਾਂਦਰਾ ਜੋ ਹੈ ਉਹ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਜਿਵੇਂ ਉਦਾਹਰਣ ਵਜੋਂ ਅਸੀਂ ਲੈ ਸਕਦੇ ਹਾਂ, ਸੰਪੂਰਨ ਇੱਕ ਸੁਤੰਤਰ ਜੋ ਸਧਾਰਨ ਵਾਕ ਹੈ ਉਹ ਹੈ ਨਵਤੇਜ਼ ਰੋਟੀ ਖਾਂਦਾ ਹੈ, ਭਾਵ ਨਵਤੇਜ਼ ਰੋਟੀ ਖਾਂਦਾ ਹੈ। ਪਰ ਜਦੋਂ ਅਸੀਂ ਇਕੱਲੇ ਨਵਤੇਜ਼ ਦੇ ਉੱਤੇ ਦਬਾਅ ਦੇ ਦੇਵਾਂਗੇ ਅਤੇ ਨਵਤੇਜ਼ ਰੋਟੀ ਖਾਂਦਾ ਹੈ, ਭਾਵ ਹੋਰ ਕੋਈ ਨਹੀਂ, ਸਿਰਫ ਇਕੱਲਾ ਨਵਤੇਜ਼ ਹੀ ਰੋਟੀ ਖਾ ਰਿਹਾ ਹੈ। ਅਤੇ ਜਦੋਂ ਅਸੀਂ ਰੋਟੀ ਦੇ ਉੱਤੇ ਅਗਲੇ ਸੈਂਟੈਂਸ ਦੇ ਵਿੱਚ ਦਬਾਅ ਪਾ ਦਿੱਤਾ, ਭਾਵ ਨਵਤੇਜ਼ ਰੋਟੀ ਖਾ ਰਿਹਾ ਹੈ, ਹੋਰ ਕੋਈ ਚੀਜ਼ ਨਹੀਂ ਉਹ ਖਾ ਰਿਹਾ, ਇਕੱਲੀ ਰੋਟੀ। ਅਤੇ ਤੀਸਰੇ ਸ਼ਬਦ ਦੇ ਵਿੱਚ ਖਾਂਦਾ ਦੇ ਉੱਪਰ ਸੈਂਟੈਂਸ ਦੇ ਵਿੱਚ ਜਦੋਂ ਵਾਕ ਦੇ ਵਿੱਚ ਦਬਾਅ ਆਇਆ ਹੈ ਤਾਂ ਨਵਤੇਜ਼ ਰੋਟੀ ਖਾਂਦਾ ਹੈ, ਖਾਂਦਾ ਹੈ ਭਾਵ ਇਹ ਖਾਣ ਵਾਲੀ ਚੀਜ਼ ਹੈ, ਸਿਰਫ ਖਾਧੀ ਜਾ ਸਕਦੀ ਹੈ, ਇਸਨੂੰ ਪੀਤਾ ਨਹੀਂ ਜਾ ਸਕਦਾ, ਇਸ ਨੂੰ ਨਿਗਲਿਆ ਨਹੀਂ ਜਾ ਸਕਦਾ ਬਿਨਾਂ ਖਾਧੇ ਹੋਏ। ਸੋ ਚਾਰੋਂ ਵਾਕ ਜਿਹੜੇ ਹਨ ਇਹਨਾਂ ਦੇ ਵਿੱਚ ਸ਼ਬਦ ਜੋ ਆਏ ਹਨ ਚਾਰ ਉਹ ਉਹੀ ਸ਼ਬਦ ਹਨ ਹਰ ਵਾਕ ਦੇ ਵਿੱਚ, ਪਰ ਜਦੋਂ ਇਹਨਾਂ ਵੱਖੋ ਵੱਖਰੇ ਸ਼ਬਦਾਂ ਦੇ ਉੱਤੇ ਦਬਾਅ ਦਿੱਤਾ ਗਿਆ ਹੈ ਅਤੇ ਵਾਕ ਦੇ ਪੂਰੇ ਅਰਥ ਹੀ ਬਦਲ ਗਏ ਹਨ। ਸੋ ਇਹ ਹੈ ਵੇਤਰਣ। ਇਸ ਤੋਂ ਬਾਅਦ ਆ ਜਾਂਦਾ ਹੈ ਧੁਨੀ ਸੁੰਗੇੜ, ਭਾਵ ਵਾਕ ਦੇ ਉਚਾਰਨ ਸਮੇਂ ਆਪਣੀ ਸੁਵਿਧਾ ਜਾਂ ਸੌਖ ਦੇ ਲਈ ਜਦੋਂ ਅਸੀਂ ਸ਼ਬਦਾਂ ਵਿੱਚ ਕਈ ਧੁਨੀਆਂ ਜਿਹੜੀਆਂ ਹਨ ਉਹਨਾਂ ਦਾ ਉਚਾਰਨ ਨਹੀਂ ਕਰਦੇ ਤਾਂ ਉਸ ਦੇ ਨਾਲ ਧੁਨੀ ਸੁੰਗੇੜ, ਭਾਵ ਧੁਨੀ ਉਹ ਸੁੰਗੜ ਜਾਂਦੀ ਹੈ। ਜਿਵੇਂ ਉਹ ਚਲਾ ਗਿਆ, ਆਪਣੇ ਆਪ ਦੇ ਵਿੱਚ ਪੂਰਾ ਵਾਕ ਹੈ, ਪਰ ਕਈ ਵਾਰ ਅਸੀਂ ਉਸ ਦੀ ਜਗ੍ਹਾ ਪੂਰਾ ਸੈਂਟੈਂਸ ਬੋਲਣ ਦੀ ਬਜਾਏ ਜੇ ਕੋਈ ਸਾਨੂੰ ਪੁੱਛੇ ਕਿ ਫਲਾਣਾ ਕਿੱਥੇ ਹੈ ਅਤੇ ਆਪਾਂ ਉਹ ਚਲਾ ਗਿਆ ਹੈ ਕਹਿਣ ਦੀ ਬਜਾਏ ਇੱਕੋ ਹੀ ਸ਼ਬਦ ਬੋਲ ਦਿੱਤਾ ਜਾਂਦਾ ਹੈ ਗਿਆ। ਸੋ ਇਸ ਨੂੰ ਧੁਨੀ ਸੁੰਗੇੜ ਕਿਹਾ ਜਾਂਦਾ ਹੈ। ਅਤੇ ਤਰਤੀਬ, ਹਰ ਭਾਸ਼ਾ ਵਿੱਚ ਵਾਕਾਂ ਦਾ ਜੋ ਸ਼ਬਦ ਕ੍ਰਮ ਹੈ ਉਹ ਵੱਖਰੀ ਕਿਸਮ ਦਾ ਹੁੰਦਾ ਹੈ। ਇਸ ਕ੍ਰਮ ਦੇ ਵਿੱਚ ਬਦਲੀ ਕੀਤੀ ਜਾਵੇ ਤਾਂ ਵਾਕ ਦੇ ਅਰਥ ਬਦਲ ਜਾਂਦੇ ਹਨ ਔਰ ਕਈ ਵਾਰ ਵਾਕ ਜੋ ਹੈ ਉਹ ਅਰਥਹੀਨ ਵੀ ਹੋ ਜਾਂਦਾ ਹੈ। ਜਿਵੇਂ ਅੰਗਰੇਜ਼ੀ ਭਾਸ਼ਾ ਦੇ ਜੋ ਵਾਕ ਹੈ, ਜਿਵੇਂ ਲਾਇਨ ਕਿਲਡ ਗੋਟ, ਭਾਵ ਇਹ ਸ਼ਬਦ ਇਸ ਸੈਂਟੈਂਸ ਦੇ ਵਿੱਚ ਸ਼ਬਦ ਕ੍ਰਮ ਕੀ ਹੈ, ਪਹਿਲਾਂ ਕਰਤਾ ਹੈ ਫਿਰ ਕਿਰਿਆ ਹੈ। ਪਹਿਲਾਂ ਕਰਤਾ ਹੈ ਕੌਣ, ਲਾਇਨ, ਸ਼ੇਰ ਕਰਤਾ ਹੈ ਇੱਥੇ, ਫਿਰ ਕਿਰਿਆ ਭਾਵ ਉਸਨੇ ਮਾਰਿਆ ਕਿਸ ਨੂੰ, ਗੋਟ, ਬੱਕਰੀ ਨੂੰ। ਅਤੇ ਦੂਜੇ ਜੋ ਪੰਜਾਬੀ ਭਾਸ਼ਾ ਦਾ ਵਾਕ ਕ੍ਰਮ ਹੈ ਉਹ ਇਸ ਤੋਂ ਵੱਖਰੀ ਕਿਸਮ ਦਾ ਹੈ। ਇਸ ਦੇ ਵਿੱਚ ਕਰਤਾ ਪਹਿਲਾਂ ਹੈ, ਕਰਮ ਅਤੇ ਕਿਰਿਆ ਬਾਅਦ ਦੇ ਵਿੱਚ ਆਉਂਦੀ ਹੈ। ਯਾਨੀ ਕਿ ਅੰਗਰੇਜ਼ੀ ਦਾ ਵਾਕ ਕ੍ਰਮ ਜੋ ਹੈ ਉਹ ਕਿਸ ਤਰ੍ਹਾਂ ਦਾ ਹੈ, ਕਰਤਾ ਨੰਬਰ 1 'ਤੇ, ਫਿਰ ਕਿਰਿਆ ਅਤੇ ਫਿਰ ਕਰਮ ਹੈ। ਪਰ ਪੰਜਾਬੀ ਦਾ ਵਾਕ ਕ੍ਰਮ ਕੀ ਹੈ, ਉਹ ਪਹਿਲਾਂ ਕਰਤਾ ਹੈ, ਫਿਰ ਕਰਮ ਹੈ ਅਤੇ ਫਿਰ ਕਿਰਿਆ ਆਉਂਦੀ ਹੈ। ਯਾਨੀ ਕਿ ਇਸ ਦੇ ਨਾਲ ਵਾਕ ਦੀ ਤਰਤੀਬ ਹੀ ਬਦਲ ਜਾਏਗੀ ਜੇਕਰ ਅਸੀਂ ਅੰਗਰੇਜ਼ੀ ਵਾਲਾ ਵਾਕ ਕ੍ਰਮ ਪੰਜਾਬੀ ਦੇ ਵਿੱਚ ਫੋਲੋ ਕਰਾਂਗੇ ਤਾਂ ਇਹਦੇ ਅਰਥ ਹੀ ਬਦਲ ਜਾਣਗੇ। ਸੋ ਇਸ ਨੂੰ ਕਿਹਾ ਜਾਂਦਾ ਹੈ ਤਰਤੀਬ। ਅਗਲਾ ਪੁਆਇੰਟ ਆ ਜਾਂਦਾ ਹੈ ਸ਼ਬਦ ਚੋਣ। ਇੱਕ ਵਿਚਾਰ ਜਾਂ ਇੱਕ ਵਾਕ ਦੇ ਵਿੱਚ ਜੋ ਹੈ ਇੱਕ ਵਿਚਾਰ ਜਾਂ ਟੋਟਾ ਜੋ ਹੈ, ਇੱਕ ਵਾਕ ਜੋ ਹੈ ਇੱਕ ਵਿਚਾਰ ਜਾਂ ਟੋਟੇ ਦਾ ਪ੍ਰਤੀਕ ਹੈ। ਇਸ ਲਈ ਜ਼ਰੂਰੀ ਹੈ ਕਿ ਵਿਚਾਰਾਂ ਨੂੰ ਵਾਕਬੱਧ ਕਰਨ ਦੇ ਲਈ ਵਾਕ ਵਿੱਚ ਸ਼ਬਦਾਂ ਦੀ ਚੋਣ ਸਹੀ ਹੋਵੇ, ਸਹੀ ਢੰਗ ਦੇ ਨਾਲ ਸ਼ਬਦ ਚੋਣ ਕੀਤੀ ਗਈ ਹੋਵੇ। ਫਿਰ ਆ ਜਾਂਦਾ ਹੈ ਸਾਰਥਕਤਾ।
ਸਾਰਥਕ ਸ਼ਬਦਾਂ ਦੀ ਸਹਾਇਤਾ ਨਾਲ ਹੀ ਕੋਈ ਵਾਕ ਹੋਂਦ ਦੇ ਵਿੱਚ ਆਉਂਦਾ ਹੈ। ਭਾਵ ਜੇਕਰ ਵਾਕ ਬਣਾਉਣਾ ਹੈ, ਜੇ ਉਸ ਦੇ ਵਿੱਚ ਜੋ ਸ਼ਬਦ ਅਸੀਂ ਵਰਤੇ ਹਨ, ਸ਼ਬਦ ਜੋ ਚੁਣੇ ਹਨ, ਜੇਕਰ ਉਹ ਸਾਰਥਕ ਨਹੀਂ ਹੋਣਗੇ ਤਾਂ ਉਹ ਵਾਕ ਜੋ ਹੈ ਉਹ ਨਿਰਰਥਕ ਬਣ ਕੇ ਰਹਿ ਜਾਏਗਾ। ਜਿਵੇਂ ਮੈਂ ਰੋਟੀ ਪੜ੍ਹਦਾ ਹਾਂ, ਭਾਵ ਰੋਟੀ ਜੋ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਾਕ ਤਾਂ ਬਣ ਗਿਆ ਹੈ, ਮੈਂ ਰੋਟੀ ਪੜ੍ਹਦਾ ਹਾਂ, ਪਰ ਇਹ ਸਾਰਥਕ ਵਾਕ ਨਹੀਂ ਹੈ, ਇਹ ਨਿਰਰਥਕ ਵਾਕ ਹੈ। ਕਿਉਂਕਿ ਮੈਂ ਰੋਟੀ ਖਾਂਦਾ ਹਾਂ, ਮੈਂ ਰੋਟੀ ਖਾਧੀ ਹੈ ਜਾਂ ਮੈਂ ਰੋਟੀ ਖਾਣੀ ਹੈ, ਇਹ ਤਾਂ ਸਹੀ ਵਾਕ ਹੋਏਗਾ। ਭਾਵ ਜੇਕਰ ਅਸੀਂ ਇਸ ਸੈਂਟੈਂਸ ਦੇ ਵਿੱਚ ਪੜ੍ਹਦਾ ਸ਼ਬਦ ਵਰਤ ਲਿਆ ਹੈ ਰੋਟੀ ਦੇ ਨਾਲ, ਤਾਂ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਜਾਂ ਸੁਤੰਤਰ ਜਾਂ ਸਾਰਥਕ ਵਾਕ ਨਹੀਂ ਬਣਿਆ। ਇਹ ਵਾਕ ਜੋ ਹੈ ਅਰਥਹੀਨ ਹੋ ਕੇ ਰਹਿ ਗਿਆ ਹੈ, ਸਿਰਫ ਇਹ ਸ਼ਬਦ ਸਮੂਹ ਬਣ ਕੇ ਰਹਿ ਗਿਆ ਹੈ, ਇਹ ਸਾਰਥਕ ਵਾਕ ਹੋਣ ਦੇ ਵਿੱਚ ਨਹੀਂ ਆਇਆ। ਫਿਰ ਹੈ ਸੰਪੂਰਨਤਾ। ਕਿਸੇ ਵਿਚਾਰ ਨੂੰ ਪ੍ਰਗਟਾਉਣ ਲਈ ਚੁਣੇ ਗਏ ਜੋ ਸ਼ਬਦਾਂ ਦੀ ਗਿਣਤੀ ਵੀ ਉਸ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ, ਤਦ ਹੀ ਉਹ ਵਾਕ ਜੋ ਹੈ ਉਹ ਸੰਪੂਰਨ ਹੋਵੇਗਾ। ਜਿਵੇਂ ਐਗਜ਼ਾਮਪਲ ਵਜੋਂ ਲਿਆ ਹੈ ਮੇਰੀ ਕਾਰ, ਮੇਰੀ ਕਾਰ, ਇੱਥੇ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਕਿਉਂਕਿ ਇਹ ਵਾਕ ਪੂਰਾ ਨਹੀਂ ਹੈ। ਜਦੋਂ ਅਸੀਂ ਉਹ ਮੇਰੀ ਕਾਰ ਹੈ ਜਾਂ ਮੇਰੀ ਕਾਰ ਲਾਲ ਰੰਗ ਦੀ ਹੈ ਜਾਂ ਮੇਰੀ ਕਾਰ ਸਫੇਦ ਰੰਗ ਦੀ ਹੈ, ਪੂਰਾ ਸੈਂਟੈਂਸ ਬੋਲਾਂਗੇ ਤਾਂ ਪੂਰੇ ਸ਼ਬਦ ਜਿਹੜੇ ਹਨ ਇਹਦੇ ਵਿੱਚ ਫਿੱਟ ਕਰਾਂਗੇ ਤਾਂ ਹੀ ਜਾ ਕੇ ਉਹ ਸੰਪੂਰਨ ਵਾਕ ਹੋਣ ਦੇ ਵਿੱਚ ਆਏਗਾ। ਨੈਕਸਟ ਆ ਜਾਂਦਾ ਹੈ ਮੇਲ। ਵਾਕ ਵਿਚਾਲੇ ਸ਼ਬਦ ਜਿਹੜੇ ਹਨ, ਭਾਵ ਵਾਕ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਹਨ ਉਹਨਾਂ ਦੇ ਵਿੱਚ ਇਕਰੂਪਤਾ, ਇਕਸਾਰਤਾ ਜਾਂ ਸਮਾਨਤਾ ਹੋਣੀ ਵੀ ਬੇਹੱਦ ਜ਼ਰੂਰੀ ਹੈ। ਉਸੇ ਨੂੰ ਹੀ ਮੇਲ ਕਿਹਾ ਜਾਂਦਾ ਹੈ। ਜਿਵੇਂ ਸਾਰੀਆਂ ਕੁੜੀਆਂ ਆਈਆਂ ਹਨ, ਇਹ ਸਾਰਥਕ ਵਾਕ ਹੋਣ ਦੇ ਵਿੱਚ ਆਇਆ ਹੈ। ਪਰ ਜੇਕਰ ਅਸੀਂ ਇਹਦੇ ਵਿੱਚ ਸਾਰੀ ਕੁੜੀਆਂ ਆਈਆਂ ਹਨ ਜਾਂ ਸਾਰੀਆਂ ਕੁੜੀ ਆਈਆਂ ਹਨ ਜਾਂ ਸਾਰੀਆਂ ਕੁੜੀਆਂ ਆਈ ਹਨ ਬੋਲਾਂਗੇ ਤਾਂ ਉਹ ਹਾਸੋਹੀਣਾ ਦੀ ਸਥਿਤੀ ਬਣ ਜਾਏਗੀ ਅਤੇ ਉਸ ਨੂੰ ਅਸੀਂ ਜੋ ਹੈ ਸੰਪੂਰਨ ਵਾਕ, ਜਿਸ ਤਰ੍ਹਾਂ ਦੀ ਪੰਜਾਬੀ ਦੀ ਵਾਕ ਬਣਤਰ ਹੈ ਉਸ ਦੇ ਤੁਲ ਦਾ ਵਾਕ ਨਹੀਂ ਕਹਿ ਸਕਦੇ, ਉਸ ਦੇ ਮੇਲ ਦਾ ਵਾਕ ਨਹੀਂ ਕਹਿ ਸਕਦੇ। ਕਿਉਂਕਿ ਉਸ ਦੇ ਵਿੱਚ ਜਿਹੜੇ ਸਾਰੇ ਸ਼ਬਦ ਵਰਤੇ ਗਏ ਹਨ ਇਹ ਸਾਰੇ ਸ਼ਬਦ ਸਹੀ ਹਨ, ਤਾਂ ਹੀ ਇਹਨਾਂ ਸ਼ਬਦਾਂ ਦੇ ਮੇਲ ਦੇ ਨਾਲ ਇੱਕ ਵਾਕ ਹੋਣ ਦੇ ਵਿੱਚ ਆਇਆ ਹੈ। ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਸ਼ਬਦ ਜਿਹੜਾ ਹੈ ਉਹ ਉਲਟ ਪੁਲਟ ਹੋ ਜਾਵੇਗਾ ਅਤੇ ਵਾਕ ਜੋ ਹੈ ਉਹ ਸਹੀ ਵਾਕ ਦਾ ਦਰਜਾ ਨਹੀਂ ਹੋਏਗਾ। ਅਧਿਕਾਰ ਅਗਲਾ ਪੁਆਇੰਟ ਆ ਜਾਂਦਾ ਹੈ। ਇਹ ਇੱਕ ਅਜਿਹਾ ਵਾਕਾਤਮਕ ਪ੍ਰਬੰਧ ਹੈ ਜਿਸ ਵਿੱਚ ਸ਼ਬਦ ਸ਼੍ਰੇਣੀ ਦਾ ਕੋਈ ਵੀ ਰੂਪ ਇੱਕ ਸ਼ਬਦ ਸ਼੍ਰੇਣੀ ਦਾ ਕੋਈ ਵੀ ਰੂਪ ਜੋ ਹੈ ਦੂਜੀ ਸ਼੍ਰੇਣੀ ਦੇ ਸ਼ਬਦ ਰੂਪ ਦੀ ਵਾਕਾਤਮਕ ਬਣਤਰ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਭਾਵ ਇੱਕ ਸ਼੍ਰੇਣੀ ਦਾ ਜੋ ਕੋਈ ਰੂਪ ਹੈ, ਸ਼ਬਦ ਰੂਪ ਹੈ, ਉਹ ਦੂਜੀ ਸ਼੍ਰੇਣੀ ਦੇ ਸ਼ਬਦ ਰੂਪ ਦੀ ਵਾਕਾਤਮਕ ਜੋ ਬਣਤਰ ਹੈ ਉਸ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਭਾਵ ਜਿਵੇਂ ਆਇਆ ਨੇ ਬੱਚੇ ਨੂੰ ਦੁੱਧ ਪਿਆਇਆ, ਜੇਕਰ ਅਸੀਂ ਇਹਦੇ ਵਿੱਚ ਆਇਆ ਨੂੰ ਬੱਚੇ ਨੇ ਦੁੱਧ ਪਿਆਇਆ, ਭਾਵ ਜੇਕਰ ਅਸੀਂ ਇਹਦੇ ਵਿੱਚ ਜੋ ਸੰਬੰਧਕ ਲਾਏ ਹਨ ਜੇ ਇਹਨਾਂ ਨੂੰ ਅੱਗੇ ਪਿੱਛੇ ਕਰ ਦੇਵਾਂਗੇ ਤਾਂ ਇਹਦੇ ਨਾਲ ਵਾਕ ਦਾ ਅਰਥ ਉਲਟ ਪੁਲਟ ਹੋ ਜਾਵੇਗਾ। ਸੋ ਇਸ ਇੱਕ ਸ਼੍ਰੇਣੀ ਜਿਹੜੀ ਹੈ ਉਹ ਦੂਜੀ ਸ਼੍ਰੇਣੀ ਦੇ ਨਾਲ ਉਹਦੀ ਬਣਤਰ ਜਿਹੜੀ ਹੈ ਜੁੜੀ ਹੋਈ ਹੈ। ਇੱਕ ਸ਼੍ਰੇਣੀ ਨੇ ਦੂਜੀ ਸ਼੍ਰੇਣੀ ਦੀ ਬਣਤਰ ਨੂੰ ਨਿਰਧਾਰਿਤ ਕਰਨਾ ਹੈ, ਇਸ ਨੂੰ ਅਧਿਕਾਰ ਕਿਹਾ ਜਾਂਦਾ ਹੈ। ਫਿਰ ਆ ਜਾਂਦਾ ਹੈ ਵਾਕ ਰਚਨਾ ਦਾ ਸਰੂਪ। ਭਾਵ ਪੰਜਾਬੀ ਦੀ ਜੋ ਵਾਕ ਰਚਨਾ ਹੈ ਉਸ ਦਾ ਸਰੂਪ ਕੀ ਹੈ। ਵਾਕ ਯੋਜਨਾ ਦਾ ਸਰੂਪ ਜੋ ਹੈ ਹਰ ਲੇਖਕ ਦਾ ਵੱਖਰਾ ਹੁੰਦਾ ਹੈ। ਬਣਤਰ ਦੇ ਆਧਾਰ 'ਤੇ ਅਸੀਂ ਵਾਕਾਂ ਨੂੰ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਜਿਵੇਂ ਸਧਾਰਨ ਵਾਕ ਹੈ ਪਹਿਲਾਂ, ਜਿਹੜਾ ਵਾਕ ਵੱਖ-ਵੱਖ ਉਪਵਾਕਾਂ, ਭਾਵ ਵਾਕ ਦੇ ਵਿੱਚ ਜਦੋਂ ਕੋਈ ਕੌਮਾ ਲੱਗ ਜਾਂਦਾ ਹੈ ਤਾਂ ਉਸ ਵਾਕ ਨੂੰ ਅਸੀਂ ਸਧਾਰਨ ਵਾਕ ਨਹੀਂ ਕਹਿ ਸਕਦੇ। ਭਾਵ ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕਦਾ ਹੋਵੇ ਉਸ ਨੂੰ ਅਸੀਂ ਸਧਾਰਨ ਵਾਕ ਕਹਿੰਦੇ ਹਾਂ। ਜਿਵੇਂ ਅਧਿਆਪਕ ਪੜ੍ਹਾਉਂਦਾ ਹੈ, ਇਹ ਇੱਕ ਸਧਾਰਨ ਵਾਕ ਹੈ। ਦੂਸਰਾ ਆ ਜਾਂਦਾ ਹੈ ਸੰਯੁਕਤ ਵਾਕ, ਜਿਨ੍ਹਾਂ ਵਾਕਾਂ ਵਿੱਚ ਇੱਕ ਤੋਂ ਵੱਧ ਉਪਵਾਕ ਹੁੰਦੇ ਹਨ। ਉਸ ਉਪਵਾਕ ਆਪਣੇ ਆਪ ਦੇ ਵਿੱਚ ਸੁਤੰਤਰ ਹੁੰਦੇ ਹਨ। ਭਾਵ ਇੱਕ ਤੋਂ ਵੱਧ ਉਪਵਾਕ ਹੁੰਦੇ ਹਨ ਅਤੇ ਉਹ ਉਪਵਾਕ ਜਿਹੜੇ ਨੇ ਉਹ ਸੁਤੰਤਰ ਵੀ ਹੁੰਦੇ ਹਨ। ਭਾਵ ਉਹਨਾਂ ਨੂੰ ਸੁਤੰਤਰ ਰੂਪ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ, ਪਰ ਉਹਨਾਂ ਨੂੰ ਜਦੋਂ ਅਸੀਂ ਦੋਹਾਂ ਨੂੰ ਇਕੱਠਿਆਂ ਕਰਕੇ ਲਿਖ ਦੇਵਾਂਗੇ ਤਾਂ ਉਹ ਸੰਯੁਕਤ ਵਾਕ
ਦਾ ਦਰਜਾ ਉਸ ਨੂੰ ਮਿਲ ਜਾਂਦਾ ਹੈ। ਜਿਵੇਂ ਅਧਿਆਪਕ ਬੋਲ ਰਿਹਾ ਹੈ ਅਤੇ ਬੱਚੇ ਲਿਖ ਰਹੇ ਹਨ। ਸੋ ਇੱਥੇ ਅਧਿਆਪਕ ਬੋਲ ਰਿਹਾ ਹੈ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਬੱਚੇ ਲਿਖ ਰਹੇ ਹਨ, ਇਹ ਵੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਵਾਕ। ਪਰ ਇਹਨਾਂ ਦੋਹਾਂ ਨੂੰ ਜਦੋਂ ਅਸੀਂ ਜੋੜ ਦਿੱਤਾ ਹੈ ਤਾਂ ਇਹ ਇੱਕ ਸੰਯੁਕਤ ਵਾਕ ਹੋਣ ਦੇ ਵਿੱਚ ਆਇਆ ਹੈ, ਕਿਉਂਕਿ ਇਹਦੇ ਵਿੱਚ ਯੋਜਕ ਜੋ ਹੈ ਉਹ ਅਤੇ ਨਾਲ ਜੁੜ ਗਿਆ ਹੈ, ਜਿਸ ਸਦਕਾ ਦੋਹਾਂ ਵਾਕਾਂ ਨੂੰ ਮਿਲਾ ਕੇ ਇੱਕ ਵਾਕ ਹੋਣ ਦੇ ਵਿੱਚ ਆਇਆ ਹੈ। ਉਸ ਨੂੰ ਅਸੀਂ ਸੰਯੁਕਤ ਵਾਕ ਕਹਿੰਦੇ ਹਾਂ। ਅਤੇ ਤੀਜੇ ਨੰਬਰ 'ਤੇ ਆ ਜਾਂਦਾ ਹੈ ਮਿਸ਼ਰਤ ਵਾਕ। ਜਦੋਂ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਜਿਹੜੇ ਹਨ ਉਹ ਮਿਲ ਕੇ ਇੱਕ ਨਵਾਂ ਵਾਕ ਸਿਰਜਦੇ ਹਨ ਤਾਂ ਉਸ ਨੂੰ ਅਸੀਂ ਮਿਸ਼ਰਤ ਵਾਕ ਦਾ ਦਰਜਾ ਦੇ ਸਕਦੇ ਹਾਂ। ਭਾਵ ਮਿਸ਼ਰਤ ਵਾਕ ਬਣਾਉਣ ਦੇ ਲਈ ਪ੍ਰਧਾਨ ਉਪਵਾਕ ਅਤੇ ਅਧੀਨ ਉਪਵਾਕ ਨੂੰ ਯੋਜਕ ਦੀ ਮਦਦ ਦੇ ਨਾਲ ਜੋੜਿਆ ਜਾਂਦਾ ਹੈ। ਜਿਵੇਂ ਮਿਹਨਤ ਕਰੋਗੇ ਤਾਂ ਸਫਲ ਹੋਵੋਗੇ, ਜਾਂ ਜੇ ਸਟੇਸ਼ਨ 'ਤੇ ਜਾਵਾਂਗੇ ਤਾਂ ਗੱਡੀ ਮਿਲੇਗੀ। ਸੋ ਇੱਥੇ ਮਿਹਨਤ ਕਰੋਗੇ ਤਾਂ ਸਫਲ ਹੋਵੋਗੇ, ਜੇ ਸਟੇਸ਼ਨ 'ਤੇ ਜਾਵੋਗੇ ਤਾਂ ਗੱਡੀ ਮਿਲੇਗੀ। ਇਹ ਯਾਨੀ ਕਿ ਕੀ ਹੈ, ਮਿਸ਼ਰਿਤ ਵਾਕ, ਜਿਹਦੇ ਵਿੱਚ ਇੱਕ ਯੋਜਕ ਨੇ ਦੋਹਾਂ ਵਾਕਾਂ ਨੂੰ ਮਿਸ਼ਰਿਤ ਕਰ ਦਿੱਤਾ ਹੈ, ਕਿਉਂਕਿ ਇੱਕ ਦੀ ਅਣਹੋਂਦ ਦੇ ਵਿੱਚ ਦੂਜਾ ਵਾਕ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਏਗੀ। ਭਾਵ ਜੇ ਇਹ ਕੰਮ ਕਰਾਂਗੇ ਤਾਂ, ਭਾਵ ਮਿਹਨਤ ਕਰਾਂਗੇ ਤਾਂ ਸਫਲ ਹੋਵਾਂਗੇ, ਸਟੇਸ਼ਨ 'ਤੇ ਜਾਵਾਂਗੇ ਤਾਂ ਗੱਡੀ ਮਿਲੇਗੀ। ਸੋ ਇਹ ਕੀ ਹੈ, ਮਿਸ਼ਰਤ ਵਾਕ। ਸੋ ਸਮੁੱਚੇ ਰੂਪ ਦੇ ਵਿੱਚ, ਨਿਚੋੜ ਵਿੱਚ ਜਾਂ ਨਿਸ਼ਕਰਸ਼ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਵਾਕ ਜੋ ਹੈ ਭਾਸ਼ਾ ਦੀ ਇੱਕ ਸੁਤੰਤਰ ਇਕਾਈ ਹੈ, ਜਿਸ ਰਾਹੀਂ ਅਰਥਾਂ ਦਾ ਸੰਚਾਰ ਹੁੰਦਾ ਹੈ ਜਾਂ ਅਰਥ ਪ੍ਰਗਟਾਏ ਜਾ ਸਕਦੇ ਹਨ। ਉਮੀਦ ਹੈ ਵਿਦਿਆਰਥੀਆਂ ਦੇ ਲਈ ਵਾਕ ਦਾ ਅਰਥ, ਪਰਿਭਾਸ਼ਾ, ਵਾਕ ਰਚਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਵਾਕ ਰਚਨਾ ਦਾ ਸਰੂਪ ਜੋ ਹੈ, ਉਹਨਾਂ ਦੀਆਂ ਇਮਤਿਹਾਨੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਅੱਜ ਦਾ ਇਹ ਵੀਡੀਓ ਜਾਂ ਅੱਜ ਦੀ ਇਹ ਲੈਕਚਰ ਲੜੀ ਬਣਾਈ ਗਈ ਹੈ, ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਇਹ ਅੱਜ ਦਾ ਲੈਕਚਰ ਤੁਹਾਡੇ ਲਈ ਕਿੰਨਾ ਕੁ ਲਾਹੇਵੰਦ ਸਾਬਿਤ ਹੋਇਆ, ਉਸ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਦਰਜ ਕਰਵਾ ਸਕਦੇ ਹੋ। ਅਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰ ਲੈਣਾ। ਲਾਈਕ ਵੀ ਕਰੋ ਚੈਨਲ ਨੂੰ ਅਤੇ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਲਵੋ। ਜੇਕਰ ਤੁਸੀਂ ਬੈਲ ਦਾ ਬਟਨ ਦਬਾ ਲਵੋਗੇ ਤਾਂ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣਗੀਆਂ। ਸੋ ਮਿਲਾਂਗੇ ਕਿਸੇ ਅਗਲੀ ਲੈਕਚਰ ਲੜੀ ਨੂੰ ਲੈ ਕੇ, ਤਦ ਤੱਕ ਲਈ ਇਜਾਜ਼ਤ। ਧੰਨਵਾਦ।